ਆਡੀਅנס ਵੀ ਜਿਹੜੀ ਦੇਖਦੀ ਹੋਏਗੀ ਨਾਰਮਲੀ ਤਾਂ ਸਭ ਨੂੰ ਇਹ ਟਰਮ ਪਤਾ ਹੋਏਗਾ ਬਟ ਇਹਦੀ ਡੈਫੀਨੇਸ਼ਨ ਕੀ ਹੈ ਉਹ ਨਹੀਂ ਕਿਸੇ ਨੂੰ ਪਤਾ ਹੁੰਦਾ। देखो PCOD ਹੁੰਦੀ ਹੈ ਬੇਸਿਕਲੀ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੈ ਜਾਂ ਇਹਨੂੰ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਵੀ ਕਹਿੰਦੇ ਹਨ। ਜਿਹੜਾ ਉਹ ਹਾਰਮੋਨਸ ਬਣਾਉਂਦੇ ਹੈ ਉਹਨਾਂ ਦੇ ਵਿੱਚ ਸਾਰਾ ਖਰਾਬੀ ਹੋ ਜਾਂਦੀ ਹੈ। FSH LH ਦਾ ਲੈਵਲ ਵਿਗੜ ਜਾਂਦਾ ਹੈ, ਉਹਨੂੰ PCOD ਕਹਿੰਦੇ। ਸਾਡੇ ਕੋਲ ਯੂਜਲੀ ਜਿਹੜਾ PCOD ਦਾ ਪੇਸ਼ੈਂਟ ਹੈ ਜਾਂ ਤਾਂ ਅਲਟਰਾਸਾਊਂਡ ਦੀ ਰਿਪੋਰਟ ਲੈ ਕੇ ਆਉਂਦਾ ਹੈ ਜਾਂ ਫਿਰ ਉਹ ਕਹਿੰਦਾ ਹੈ ਕਿ ਮੈਨੂੰ ਕੰਸੀਵ नहीं हो पा रहा या पीरियड्स प्रॉपर नहीं आ रहे हैं। अगर आ रहे हैं तो बहुत डिले पीरियड आते हैं तो बहुत ज़्यादा पीरियड्स आते हैं। सिर्फ अल्ट्रासाउंड की रिपोर्ट विच पॉलीसिस्टिक ओवरीज आना PCOD नहीं है। PCOD ਦਾ ਕ੍ਰਾਈਟੇਰੀਆ 3 ਕ੍ਰਾਈਟੇਰੀਆ ਉਸਦੇ ਵਿੱਚ ਕ੍ਰਾਈਟੇਰੀਆ ਦੇ ਵਿੱਚ 3 ਚੀਜ਼ਾਂ ਆਉਂਦੀਆਂ ਹਨ। ਉਹਨਾਂ ਵਿੱਚੋਂ ਅਗਰ 2 ਹੈ ਤਾਂ ਉਹਨੂੰ PCOD ਹੈ। ਯੂਜਲੀ ਪੇਸ਼ੈਂਟ ਪ੍ਰੈਜ਼ੈਂਟ ਕਰਦਾ ਹੈ ਇਨਫਰਟੀਲਿਟੀ ਦੇ ਨਾਲ। ਇਨਫਰਟੀਲਿਟੀ ਇਸ ਕਰਕੇ ਹੁੰਦੀ ਹੈ ਕਿਉਂਕਿ PCOD ਵਿੱਚ ਜਦ ਐਨਓਵੂਲੇਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਪੀਰੀਅਡਸ ਨਹੀਂ ਆਉਂਦੇ ਹਨ ਤੇ ਪ੍ਰੋਪਰ ਬਹੁਤ ਸਾਰੇ ਅੰਡੇ ਬਣਦੇ ਤਾਂ ਹਨ ਪਰ ਉਹ ਮੈਚੁਰ ਨਹੀਂ ਹੁੰਦੇ। 4 ਅੱਖਰਾਂ ਦਾ ਜਿਹੜਾ ਸ਼ਬਦ ਹੈ PCOD ਕਾਫੀ ਵੱਡੀ ਪ੍ਰੋਬਲਮਸ ਵੀ ਜਿਹੜੀਆਂ ਨੇ ਕ੍ਰੀਏਟ ਕਰ ਸਕਦਾ ਹੈ। ਹਾਂਜੀ, ਕੁਝ ਪੇਸ਼ੈਂਟਸ ਵਿੱਚ ਕਾਫੀ ਜ਼ਿਆਦਾ ਵੱਡੀ ਪ੍ਰੋਬਲਮਸ ਵੀ ਆ ਸਕਦੀਆਂ ਅਗਰ ਪੇਸ਼ੈਂਟ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਲੁਧਿਆਣਾ ਟਾਈਮਸ। ਮੈਂ ਹਾਂ ਪ੍ਰਬਲੀਨ ਕੌਰ। ਇਸ ਟਾਈਮ ਅਸੀਂ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਮੌਜੂਦ ਹਾਂ। ਤਾਂ PCOD ਦੀ ਪ੍ਰੋਬਲਮ ਨੂੰ ਲੈ ਕੇ ਅਗਰ ਗੱਲਬਾਤ ਕੀਤੀ ਜਾਂਦੀ ਹੈ ਤਾਂ PCOD ਦੀ ਪ੍ਰੋਬਲਮ ਅਕਸਰ ਹਰ ਇੱਕ ਯੰਗ ਏਜ ਦੀ ਕੁੜੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਾਂ ਲੇਡੀਜ਼ ਜਿਹੜੀਆਂ ਕਿ ਜਿਨ੍ਹਾਂ ਨੂੰ ਮੀਨੋਪੌਜ਼ ਹੋਣ ਵਾਲਾ ਹੁੰਦਾ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਕਿ ਇਹੋ ਜਿਹੀ ਪ੍ਰੋਬਲਮ ਹੈ ਜਿਸ ਦੇ ਨਾਲ ਕਿ ਬੋਡੀ ਦਾ ਸਾਰਾ ਸਿਸਟਮ ਜਿਹੜਾ ਹੈ ਖਰਾਬ ਹੁੰਦਾ ਹੋਇਆ ਨਜ਼ਰ ਆਉਂਦਾ ਹੈ। ਟ੍ਰੀਟਮੈਂਟ ਕਿਸ ਤਰੀਕੇ ਦੇ ਹੋਣੇ ਚਾਹੀਦੇ ਨੇ ਜਾਂ ਅਗਰ ਦੇਖਿਆ ਜਾਵੇ ਕਿ ਇਸ ਨੂੰ ਪਹਿਚਾਨਿਆ ਕਿੱਦਾਂ ਜਾਵੇ ਜਾਂ ਡਾਇਗਨੋਸ ਕਿਸ ਤਰੀਕੇ ਦਾ ਕੀਤਾ ਜਾਵੇ, ਸਾਰੀ ਗੱਲਬਾਤ ਅੱਜ ਮਨੀਸ਼ਾ ਡਾਕਟਰ ਸਾਡੇ ਨਾਲ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਾਰੀ ਡਿਟੇਲ ਦੱਸਦੇ ਹਾਂ ਤੁਹਾਨੂੰ। PCOD ਦੀ ਪ੍ਰੋਬਲਮ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੁੰਦੀ ਹੈ ਜਾਂ ਇਸ ਦਾ ਟ੍ਰੀਟਮੈਂਟ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ PCOD ਤੇ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ। PCOD ਹੈ ਕੀ, ਕਿਉਂਕਿ ਆਡੀਅנס ਵੀ ਜਿਹੜੀ ਦੇਖਦੀ ਹੋਏਗੀ ਨਾਰਮਲੀ ਤਾਂ ਸਭ ਨੂੰ ਇਹ ਟਰਮ ਪਤਾ ਹੋਏਗਾ ਬਟ ਇਹਦੀ ਡੈਫੀਨੇਸ਼ਨ ਕੀ ਹੈ ਉਹ ਨਹੀਂ ਕਿਸੇ ਨੂੰ ਪਤਾ ਹੁੰਦਾ। ਦੇਖੋ PCOD ਹੁੰਦੀ ਹੈ ਬੇਸਿਕਲੀ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੈ ਜਾਂ ਇਹਨੂੰ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਵੀ ਕਹਿੰਦੇ ਹਨ ਬਿਕੋਜ਼ ਇਹ ਇੱਕ ਮੈਟਾਬੋਲਿਕ ਡਿਸਆਰਡਰ ਹੈ ਜਿਹਦੇ ਵਿੱਚ ਸਾਡਾ ਹਾਈਪੋਥੈਲਮਿਕ ਪਿਟਿਊਟਰੀ ਐਕਸਿਸ ਇਫੈਕਟ ਹੁੰਦਾ ਹੈ, ਜਿਸ ਕਰਕੇ ਕੀ ਹੈ ਜਿਹੜਾ ਉਹ ਹਾਰਮੋਨਸ ਬਣਾਉਂਦੇ ਹੈ ਉਹਨਾਂ ਦੇ ਵਿੱਚ ਸਾਰਾ ਖਰਾਬੀ ਹੋ ਜਾਂਦੀ ਹੈ। FSH LH ਦਾ ਲੈਵਲ ਵਿਗੜ ਜਾਂਦਾ ਹੈ, ਉਹਨੂੰ PCOD ਕਹਿੰਦੇ ਹੈ। ਤਾਂ ਮੈਮ ਇਹ ਅੱਜ ਕੱਲ੍ਹ ਅਗਰ ਦੇਖਿਆ ਜਾਵੇ ਜ਼ਿਆਦਾਤਰ ਕਿਸ ਏਜ ਗਰੁੱਪ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਪ੍ਰੋਬਲਮ? PCOD ਆਲਮੋਸਟ ਹਰ ਏਜ ਗਰੁੱਪ ਨੂੰ ਇਫੈਕਟ ਕਰ ਰਹੀ ਹੈ। ਇਹਦੇ ਵਿੱਚ ਐਡੋਲੈਸੈਂਟ ਫੀਮੇਲਸ ਜਿਨ੍ਹਾਂ ਨੂੰ ਹੁਣੇ ਪੀਰੀਅਡਸ ਸ਼ੁਰੂ ਹੁੰਦੇ ਹੈ, ਉਸ ਤੋਂ ਬਾਅਦ ਰੀਪਰੋਡਕਟਿਵ ਜਿਹੜੀਆਂ ਵੂਮਨਸ ਏਜ ਗਰੁੱਪ ਹੈਗਾ ਜਿਨ੍ਹਾਂ ਨੂੰ ਸ਼ਾਦੀ ਹੋਈ ਹੈ ਔਰ ਬੱਚੇ ਕਰਨਾ ਚਾਹੁੰਦੇ ਹੈ। ਇਸ ਤੋਂ ਬਾਅਦ ਹੈ ਜਿਨ੍ਹਾਂ ਨੂੰ ਪੀਰੀਅਡਸ ਜਿਸ ਤਰ੍ਹਾਂ ਬੰਦ ਹੋਣ ਵਾਲੇ ਹੈ ਐਂਡ ਈਵਨ 올ਡ ਏਜ ਵੀ ਜਿਨ੍ਹਾਂ ਨੂੰ PCOD ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਨੂੰ ਵੀ ਇਹਨਾਂ ਦੇ ਇਫੈਕਟ ਆਉਂਦੇ ਹੈ। ਜੀ ਮੈਮ, ਇਸ ਦੇ ਨਾਲ ਤੁਸੀਂ ਏਜ ਗਰੁੱਪ ਦੱਸੀ ਹੈ ਤਾਂ ਅਗਰ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਹੋ ਕਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦੇ ਤੁਹਾਨੂੰ ਸਿੰਪਟਮਸ ਵਗੈਰਾ ਕਿਸ ਤਰੀਕੇ ਦੇ ਨਾਲ ਦੱਸੇ ਜਾਂਦੇ? ਸਾਡੇ ਕੋਲ ਯੂਜਲੀ ਜਿਹੜਾ PCOD ਦਾ ਪੇਸ਼ੈਂਟ ਹੈ ਜਾਂ ਤਾਂ ਅਲਟਰਾਸਾਊਂਡ ਦੀ ਰਿਪੋਰਟ ਲੈ ਕੇ ਆਉਂਦਾ ਹੈ ਜਾਂ ਫਿਰ ਉਹ ਕਹਿੰਦਾ ਹੈ ਕਿ ਮੈਨੂੰ ਕੰਸੀਵ नहीं हो पा रहा या पीरियड्स प्रॉपर नहीं आ रहे हैं। अगर आ रहे हैं तो बहुत डिले पीरियड आते हैं तो बहुत ज़्यादा पीरियड्स आते हैं या फिर फेस से हेयर्स हो रहे हैं, पिंपल्स हो रहे हैं, कंसीव नहीं कर पा रहे, वजन बहुत बढ़ रहा है, ਇਹ ਸਾਰੀ ਪ੍ਰੋਬਲਮਸ ਨਾਲ ਆਉਂਦੀਆਂ। ਤਾਂ ਇਹ ਜਿਹੜਾ ਡਾਇਗਨੋਸ ਕ੍ਰਾਈਟੇਰੀਆ ਅਗਰ ਗੱਲ ਕੀਤੀ ਜਾਂਦੀ ਹੈ ਉਹ ਵੀ ਸਾਰਾ ਕੁਝ ਇਸ ਤਰੀਕੇ ਦੇ ਨਾਲ ਹੀ ਪਤਾ ਲੱਗਦਾ ਜਾਂ ਫਿਰ ਸਿਰਫ ਅਲਟਰਾਸਾਊਂਡ ਦੇ ਨਾਲ ਤੁਸੀਂ ਉਹਨੂੰ ਡਾਇਗਨੋਸ ਕਰ ਸਕਦੇ ਹੋ ਕਿ ਹਾਂ ਵੀ PCOD ਦੀ ਪ੍ਰੋਬਲਮ ਜਿਹੜੀ ਸ਼ੁਰੂ ਹੋ ਚੁੱਕੀ ਹੈ? ਨਹੀਂ, ਬਿਲਕੁਲ ਇਸ ਤਰ੍ਹਾਂ ਨਹੀਂ ਹੈ। ਸਿਰਫ ਅਲਟਰਾਸਾਊਂਡ ਦੀ ਰਿਪੋਰਟ ਕਈ ਪੇਸ਼ੈਂਟਸ ਲੈ ਕੇ ਆਉਂਦੇ ਆ ਤੇ ਕਹਿੰਦੇ ਸਾਨੂੰ PCOD ਹੈ। ਸਿਰਫ ਅਲਟਰਾਸਾਊਂਡ ਦੀ ਰਿਪੋਰਟ ਵਿੱਚ ਪੋਲੀਸਿਸਟਿਕ ਓਵਰੀਜ਼ ਆਣਾ PCOD ਨਹੀਂ ਹੈ। PCOD ਦਾ ਕ੍ਰਾਈਟੇਰੀਆ 3 ਕ੍ਰਾਈਟੇਰੀਆ ਉਸਦੇ ਵਿੱਚ ਕ੍ਰਾਈਟੇਰੀਆ ਦੇ ਵਿੱਚ 3 ਚੀਜ਼ਾਂ ਆਉਂਦੀਆਂ ਹਨ। ਉਹਨਾਂ ਵਿੱਚੋਂ ਅਗਰ 2 ਹੈ ਤਾਂ ਉਹਨੂੰ PCOD ਹੈ। ਜਿਵੇਂ ਕਿ ਅਲਟਰਾਸਾਊਂਡ ਵਿੱਚ ਪੋਲੀਸਿਸਟਿਕ ਓਵਰੀਜ਼ ਆਣਾ, ਉਸ ਦੇ ਨਾਲ ਜਾਂ ਤਾਂ ਉਹਨੂੰ ਹਾਈਪਰ ਐਂਡਰੋਜੈਨਿਜ਼ਮ ਹੋਵੇ ਜਾਂ ਫੇਸ ਤੇ ਹੇਅਰਸ ਜਾਂ ਪਿੰਪਲਸ ਆ ਰਹੇ ਹੋਣ ਜਾਂ ਫਿਰ ਉਸ ਦੇ ਨਾਲ ਪੀਰੀਅਡਸ ਐਨਓਵੂਲੇਸ਼ਨ ਹੋ ਰਹੀ ਹੋਵੇ ਜਾਂ ਪੀਰੀਅਡਸ ਘੱਟ ਆ ਰਹੇ ਹੋਣ। ਇਹਨਾਂ ਤਿੰਨਾਂ ਵਿੱਚੋਂ ਅਗਰ 2 ਚੀਜ਼ਾਂ ਹੋਣ ਤਾਂ PCOD ਹੈ। ਸਿਰਫ ਅਲਟਰਾਸਾਊਂਡ ਤੇ ਪੋਲੀਸਿਸਟਿਕ ਓਵਰੀਜ਼ ਆਣਾ PCOD ਨਹੀਂ ਹੈ। ਤਾਂ ਇਹ ਜਿਹੜਾ ਕਿ ਡਾਇਗਨੋਸ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਅਗਰ ਮਤਲਬ 3 ਵਿੱਚੋਂ 2 ਚੀਜ਼ਾਂ ਨੇ ਰਾਈਟ, ਤਾਂ ਮਤਲਬ ਸਿਰਫ ਅਲਟਰਾਸਾਊਂਡ ਦੇ ਨਾਲ ਇਸ ਚੀਜ਼ ਨੂੰ ਨਹੀਂ ਪਛਾਣਿਆ ਜਾ ਸਕਦਾ। ਹੋ ਸਕਦਾ ਹੈ ਅਲਟਰਾਸਾਊਂਡ ਦੇ ਵਿੱਚ ਪੋਲੀਸਿਸਟਿਕ ਓਵਰੀਜ਼ ਆਣਾ ਨਾਰਮਲ ਵੀ ਹੋ ਸਕਦਾ। ਕਈ ਵਾਰ ਇਦਾਂ ਹੁੰਦਾ ਮੈਮ ਵੀ ਅਗਰ ਸਟ੍ਰੈਸ ਹੁੰਦਾ ਹੈ ਤਾਂ ਵੀ ਪੀਰੀਅਡਸ ਜਿਹੜੇ ਨੇ 1 ਜਾਂ 2 ਮੰਥ ਲੇਟ ਵੀ ਹੁੰਦੇ ਤਾਂ ਵੀ ਜਿਵੇਂ ਪੇਸ਼ੈਂਟਸ ਨੂੰ ਲੱਗਦਾ ਵੀ ਸਾਨੂੰ PCOD ਦੀ ਪ੍ਰੋਬਲਮ ਹੋ ਸਕਦੀ ਹੈ
ਉਹ ਵੀ ਚੀਜ਼ ਹੁੰਦੀ ਹੈ ਕਿ ਨਾਰਮਲੀ ਤੁਸੀਂ ਅਲਟਰਾਸਾਊਂਡ ਕਰਕੇ ਫਿਰ ਡਾਇਗਨੋਸਿਸ ਤਰੀਕੇ ਦੇ ਨਾਲ ਕੀਤਾ ਜਾਂਦਾ? ਨਹੀਂ, ਅਗਰ ਯੂਜੂਲੀ ਕਈ ਵਾਰ ਹੁੰਦਾ ਹੈ ਕਿ ਕਈ ਵਾਰ ਕੁਝ ਟਾਈਮ ਤੇ ਹੁੰਦਾ ਹੈ ਕਿ ਪੇਸ਼ੈਂਟ ਨੂੰ ਬਹੁਤ ਸਟ੍ਰੈਸ ਹੁੰਦਾ ਹੈ, ਇੱਕ ਜਾਂ ਦੋ ਵਾਰੀ ਪੀਰੀਅਡਸ ਇਰੈਗੂਲਰ ਹੋਣੇ ਨੂੰ PCOD ਨਹੀਂ ਕਹਿੰਦੇ ਆ। ਇਹਨੂੰ ਪ੍ਰੋਪਰਲੀ ਡਾਇਗਨੋਸ ਕਰਨ ਲਈ ਹਾਰਮੋਨ ਲੈਵਲ ਕਰਾਏ ਜਾਂਦੇ ਹਨ, ਪਲੱਸ ਅਲਟਰਾਸਾਊਂਡ ਕਰਾਇਆ ਜਾਂਦਾ ਹੈ। ਇਸ ਤਰ੍ਹਾਂ ਇਸ ਦੇ ਨਾਲ ਉਹਦੇ ਸਿੰਪਟਮਸ ਵੀ ਦੇਖੇ ਜਾਂਦੇ, ਉਹਨੂੰ ਕੀ ਪ੍ਰੋਬਲਮ ਆ ਰਹੀ ਹੈ, ਪੀਰੀਅਡਸ ਰੈਗੂਲਰ ਹੈ, ਇਰੈਗੂਲਰ ਹੈ, ਜਾਂ ਡਿਲੇ ਹੋ ਕੇ ਬਹੁਤ ਜ਼ਿਆਦਾ ਆ ਰਹੇ ਹਨ, ਜਾਂ ਫਿਰ ਉਹਦੇ ਅੰਡੇ ਨਹੀਂ ਬਣ ਰਹੇ ਹਨ, ਜਾਂ ਫੇਸ ਤੇ ਹੇਅਰਸ ਆ ਰਹੇ ਹਨ, ਪਿੰਪਲਸ ਆ ਰਹੇ ਹਨ, ਜਾਂ ਚੈਸਟ ਤੇ ਹੇਅਰਸ ਆ ਰਹੇ ਹਨ। ਇਹ ਸਾਰੇ ਸਿੰਪਟਮਸ ਵੀ ਨਾਲ ਦੇਖੇ। ਤਾਂ ਇਸ ਦੇ ਨਾਲ ਅਗਰ ਦੇਖਿਆ ਜਾਵੇ ਕਿ PCOD ਦੀ ਮਤਲਬ ਡਾਇਗਨੋਸ ਕਰ ਲਿਆ, ਫਿਰ ਕਿਹੜੇ ਹਾਰਮੋਨਸ ਨੇ ਜਿਹੜੇ ਇਸ ਦੇ ਨਾਲ ਇਫੈਕਟ ਹੋਣ ਵਾਲੇ ਨੇ? ਆਲਮੋਸਟ ਇਹਦੇ ਨਾਲ ਸਭ ਤੋਂ ਪਹਿਲੇ ਕੀ ਹੁੰਦਾ ਹੈ ਕਿ ਸਾਡੇ ਬ੍ਰੇਨ ਤੋਂ ਹਾਰਮੋਨਸ ਬਣਦੇ ਹਨ, ਦੋ FSH ਤੇ LH। PCOD ਦੇ ਵਿੱਚ LH ਦਾ ਲੈਵਲ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਸ ਦੇ ਨਾਲ ਉਹ ਓਵਰੀ ਨੂੰ ਇਫੈਕਟ ਕਰਦਾ ਹੈ, ਤੇ ਓਵਰੀ ਵਿੱਚ ਆਪਣਾ ਈਸਟ੍ਰੋਜਨ ਦਾ ਲੈਵਲ ਬੜਾ ਜ਼ਿਆਦਾ ਵੱਧ ਜਾਂਦਾ ਹੈ, ਜਿਹਦੇ ਕਰਕੇ ਕਿ ਇਨਸੂਲਿਨ ਰੈਜ਼ਿਸਟੈਂਸ ਵੀ ਹੋ ਜਾਂਦੀ ਹਨ, ਤੇ ਸਾਨੂੰ ਪੀਰੀਅਡਸ ਡਿਲੇ ਹੁੰਦੇ ਹਨ ਜਾਂ ਆਉਂਦੇ ਨਹੀਂ ਜੀ। ਤਾਂ ਇਹ ਜਿਵੇਂ ਡਾਇਗਨੋਸ ਤੋਂ ਬਾਅਦ ਪਤਾ ਲੱਗਦਾ ਵੀ ਕਿਹੜੇ ਹਾਰਮੋਨਸ ਜਿਹੜੇ ਨੇ ਇਫੈਕਟ ਹੁੰਦੇ ਆ। ਤਾਂ ਮੈਮ ਇਹ ਸਾਰੀ ਗੱਲਬਾਤ ਆਪਾਂ ਜਿਵੇਂ ਕੀਤੀ PCOD ਦੇ ਰਿਲੇਟਡ, ਤਾਂ ਇਹਦੇ ਕਨਸੀਕੁਐਂਸਿਸ ਕੀ ਹੋ ਸਕਦੇ ਨੇ ਕਿ ਅਗਰ ਕਿਸੇ ਨੂੰ ਬਾਈ ਚਾਂਸ PCOD ਦੀ ਪ੍ਰੋਬਲਮ ਸ਼ੁਰੂ ਵੀ ਹੋ ਜਾਂਦੀ ਹੈ, ਕਨਸੀਕੁਐਂਸਿਸ ਕਿਸ ਤਰੀਕੇ ਦੇ ਨਾਲ ਬਣਦੇ ਨੇ? ਉਹ PCOD ਕਰਕੇ ਯੂਜੂਲੀ ਪੇਸ਼ੈਂਟ ਆਉਂਦਾ ਇਨਫਰਟੀਲਿਟੀ ਦੇ ਨਾਲ। ਯੂਜੂਲੀ ਇਹਦਾ ਇਹ ਕਨਸੀਕੁਐਂਸ ਹੁੰਦਾ ਕਿ ਜਦੋਂ ਅੰਡੇ ਪ੍ਰੋਪਰ ਨਹੀਂ ਬਣਦੇ ਜਾਂ ਪੀਰੀਅਡਸ ਪ੍ਰੋਪਰ ਨਹੀਂ ਆਉਂਦੇ ਤਾਂ ਪੇਸ਼ੈਂਟ ਨੂੰ ਕਨਸੀਵ ਕਰਨ 'ਚ ਪ੍ਰੋਬਲਮ ਆਉਂਦੀ ਹੈ। ਦੂਸਰਾ ਹੈ ਕਿ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਈਸਟ੍ਰੋਜਨ ਹਾਰਮੋਨ ਬਹੁਤ ਜ਼ਿਆਦਾ ਵਧਣ ਲੱਗ ਪੈਂਦਾ ਹੈ, ਜਿਸ ਕਰਕੇ ਬੱਚੇਦਾਨੀ ਦੀ ਪਰਤ ਬਹੁਤ ਵੱਧਦੀ ਹੈ, ਪਰ ਪ੍ਰੋਪਰ ਪੀਰੀਅਡ ਨਹੀਂ ਆ ਪਾਉਂਦੇ, ਜਿਹਦੇ ਕਰਕੇ ਐਂਡੋਮੈਟਰੀਅਲ ਹਾਈਪਰਪਲੇਜ਼ੀਆ ਹੋ ਜਾਂਦਾ ਹੈ, ਤੇ ਬਾਅਦ ਵਿੱਚ ਐਂਡੋਮੈਟਰੀਅਲ ਕੈਂਸਰ ਦਾ ਰਿਸਕ ਰਹਿੰਦਾ ਹੈ। ਤੀਸਰਾ ਹੈ ਇਸ ਕਰਕੇ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ। ਬੋਡੀ ਦੇ ਵਿੱਚ ਬਹੁਤ ਜ਼ਿਆਦਾ ਐਂਡਰੋਜਨ ਹਾਰਮੋਨ, ਮੇਲ ਹਾਰਮੋਨ ਵਧਣ ਦੀ ਕਰਕੇ ਇਨਸੂਲਿਨ ਸੈਂਸਿਟੀਵਿਟੀ ਬਹੁਤ ਘਟ ਜਾਂਦੀ ਹੈ, ਜਿਹਦੇ ਕਰਕੇ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ। ਚੌਥਾ ਇਸ ਕਰਕੇ ਮੈਟਾਬੋਲਿਕ ਸਿੰਡਰੋਮ ਹੋ ਸਕਦਾ ਹੈ। ਮੈਟਾਬੋਲਿਕ ਸਿੰਡਰੋਮ ਇੱਕ ਕਲਸਟਰ ਹੁੰਦਾ ਹੈ, ਜਿਹਦੇ ਵਿੱਚ ਮਤਲਬ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ, ਜਿਸ ਤਰ੍ਹਾਂ ਪੇਸ਼ੈਂਟ ਦਾ BP ਵਧਣਾ ਸ਼ੁਰੂ ਹੋ ਜਾਂਦਾ ਹੈ, ਸ਼ੂਗਰ ਵਧਣੀ ਸ਼ੁਰੂ ਹੋ ਜਾਂਦੀ ਹੈ, ਉਹਨੂੰ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ, ਲਿਪਿਡ ਬਹੁਤ ਬੋਡੀ 'ਚ ਲਿਪਿਡ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ, ਜਿਸ ਕਰਕੇ ਬਾਅਦ ਵਿੱਚ ਉਹਨੂੰ ਕਾਰਡੀਓਵੈਸਕੂਲਰ ਡਿਜ਼ੀਜ਼, ਦਿਲ ਦੀ ਦਿੱਕਤ ਜਾਂ ਸਟ੍ਰੋਕ ਹੋਣ ਦਾ ਰਿਸਕ ਰਹਿੰਦਾ ਹੈ, ਸ਼ੂਗਰ ਹੋਣ ਦਾ ਰਿਸਕ ਰਹਿੰਦਾ ਹੈ, ਔਰ ਈਵਨ ਕੁਝ ਪੇਸ਼ੈਂਟਸ 'ਚ ਨੋਨ ਐਲਕੋਹਲਿਕ ਲਿਵਰ ਡਿਜ਼ੀਜ਼ ਵੀ ਹੋਣ ਦਾ ਰਿਸਕ ਰਹਿੰਦਾ ਹੈ, ਜਿਹਦੇ ਕਰਕੇ ਬਾਅਦ ਵਿੱਚ ਈਵਨ ਸਿਰੋਸਿਸ ਹੋਣ ਦਾ ਰਹਿੰਦਾ ਹੈ ਰਿਸਕ, ਈਵਨ ਹੈਪੇਟੋਸੈਲੂਲਰ ਕਾਰਸੀਨੋਮਾ ਵੀ ਹੋ ਸਕਦਾ ਹੈ। ਤਾਂ ਇਹ ਅਗਰ 4 ਅੱਖਰਾਂ ਦਾ ਜਿਹੜਾ ਸ਼ਬਦ ਹੈ PCOD, ਕਾਫੀ ਵੱਡੀ ਪ੍ਰੋਬਲਮਸ ਵੀ ਜਿਹੜੀਆਂ ਨੇ ਕ੍ਰੀਏਟ ਕਰ ਸਕਦਾ ਇਸ ਦੇ ਨਾਲ। ਹਾਂਜੀ, ਕੁਝ ਪੇਸ਼ੈਂਟਸ ਵਿੱਚ ਕਾਫੀ ਜ਼ਿਆਦਾ ਵੱਡੀ ਪ੍ਰੋਬਲਮਸ ਵੀ ਆ ਸਕਦੀਆਂ, ਅਗਰ ਪੇਸ਼ੈਂਟ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਹੈ, ਪ੍ਰੋਪਰ ਮੈਡੀਸਿਨ ਨਹੀਂ ਲੈਂਦਾ ਹੈ, ਪ੍ਰੋਪਰ ਆਪਣੀ ਲਾਈਫਸਟਾਈਲ ਚੇਂਜ ਨਹੀਂ ਕਰਦਾ ਹੈ। ਟ੍ਰੀਟਮੈਂਟਸ ਦੀ ਅਗਰ ਗੱਲਬਾਤ ਕੀਤੀ ਜਾਂਦੀ ਹੈ, ਕਿਉਂਕਿ ਅਗਰ ਪ੍ਰੋਬਲਮ ਹੋ ਵੀ ਗਈ ਹੈ ਤਾਂ ਟ੍ਰੀਟਮੈਂਟ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਰੀ ਚੀਜ਼ਾਂ ਦਾ ਟ੍ਰੀਟਮੈਂਟ ਜਿਹੜਾ ਬਣ ਚੁੱਕਾ ਹੈ, ਉਹਨੂੰ ਟ੍ਰੀਟ ਕਿੱਦਾਂ ਕੀਤਾ ਜਾ ਸਕਦਾ ਹੈ ਕਿ ਪੇਸ਼ੈਂਟ ਜਿਹੜਾ ਪੂਰਾ ਦੁਬਾਰਾ ਆਪਣੀ ਜਿਹੜੀ ਨਾਰਮਲ ਲਾਈਫ ਦੇ ਵਿੱਚ ਆ ਸਕੇ? ਦੇਖੋ, ਬੇਸਿਕਲੀ PCOD ਦੀ ਪ੍ਰੋਬਲਮ ਅੱਜ ਕੱਲ੍ਹ ਯੰਗ ਲੜਕੀਆਂ ਵਿੱਚ ਇਸ ਕਰਕੇ ਵੀ ਆ ਰਹੀ ਹੈ ਬਿਕੋਜ਼ ਸਾਡਾ ਲਾਈਫਸਟਾਈਲ ਦੀ ਵਜ੍ਹਾ ਨਾਲ। ਅਗਰ ਆਪਾਂ ਆਪਣੀ ਲਾਈਫਸਟਾਈਲ ਮੋਡੀਫਿਕੇਸ਼ਨ ਕਰਾਂਗੇ, ਪਲੱਸ ਆਪਣਾ weight ਕੰਟਰੋਲ ਰੱਖਾਂਗੇ, ਈਵਨ ਆਪਾਂ 5% weight ਅਗਰ ਡਿਕਰੀਜ਼ ਕਰਦੇ ਆ, ਉਹਦੇ ਨਾਲ ਹੀ ਇਨਸੂਲਿਨ ਰੈਜ਼ਿਸਟੈਂਸ ਬਹੁਤ ਅੱਛੀ ਹੋ ਜਾਂਦੀ ਹੈ, ਜਿਹਦੇ ਕਰਕੇ ਕੀ ਹੁੰਦਾ, ਇਹਦੇ ਵਿੱਚ ਸਾਡਾ ਇੱਕ ਸੈਕਸ ਹਾਰਮੋਨ ਬਾਈਂਡਿੰਗ ਗਲੋਬਲਿਨ ਹੁੰਦਾ ਹੈ, ਐਕਸਰਸਾਈਜ਼ ਕਰਕੇ ਉਹ ਵੱਧਦਾ ਹੈ, ਜਿਹਦੇ ਕਰਕੇ ਉਹ ਆਪਣਾ ਐਂਡਰੋਜਨ ਹਾਰਮੋਨ ਨਾਲ ਜੁੜਦਾ ਹੈ, ਤੇ ਸਾਡੇ ਐਂਡਰੋਜਨ ਲੈਵਲ ਬੋਡੀ 'ਚ ਘੱਟ ਹੋ ਜਾਂਦੇ ਹੈ। ਤੇ ਆਪਾਂ 5% weight ਅਗਰ ਡਿਕਰੀਜ਼ ਕਰਦੇ ਹਾਂ, ਈਵਨ ਉਸ ਦੇ ਨਾਲ ਵੀ ਸਾਡੇ ਸਾਈਕਲ ਈਵਨ ਰਿਵਾਈਵ ਹੋ ਜਾਂਦੇ ਆ ਕਈ ਵਾਰੀ। ਠੀਕ ਹੈ। ਦੂਸਰਾ ਹੈ ਕਿ ਇਹਦੇ ਵਿੱਚ ਓਰਲ ਕੰਟਰਾਸੈਪਟਿਵ ਪਿਲਸ ਹੈ ਟ੍ਰੀਟਮੈਂਟ। ਓਰਲ ਕੰਟਰਾਸੈਪਟਿਵ ਪਿਲਸ 21 ਡੇਜ਼ ਲਈ ਲੈਂਦੇ ਹੈ, ਉਹ 3-4 ਸਾਈਕਲ ਕਰਦੇ ਆ, ਉਹਦੇ ਨਾਲ ਵੀ ਪੀਰੀਅਡਸ ਰੈਗੂਲਰ ਹੋ ਜਾਂਦੇ ਆ। ਬਟ ਸਭ ਤੋਂ ਜ਼ਰੂਰੀ ਹੈ ਸਾਨੂੰ ਲਾਈਫਸਟਾਈਲ ਮੋਡੀਫਿਕੇਸ਼ਨ ਕਰਨਾ। ਸਭ ਤੋਂ ਪਹਿਲੇ ਇਹੀ ਹੈ ਕਿ ਆਪਾਂ ਠੀਕ ਟਾਈਮ ਤੇ ਸੋਈਏ, ਠੀਕ ਟਾਈਮ ਤੇ ਉੱਠੀਏ, ਜੰਕ ਫੂਡ ਨਾ ਖਾਈਏ, ਪ੍ਰੋਪਰ ਖਾਣਾ ਖਾਈਏ, ਹੈਲਦੀ ਫੂਡ ਖਾਈਏ, ਔਰ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੀਏ। ਇਹ ਖਾਸ ਟਿਪਸ ਨੇ ਜਿਹੜੀਆਂ ਕਿ ਧਿਆਨ ਦਿੱਤਾ ਜਾ ਸਕਦਾ ਅਗਰ ਸ਼ੁਰੂਆਤ ਵਿੱਚ ਹੀ ਕੰਟਰੋਲ ਕਰਨਾ ਹੋਵੇ ਇਹਨਾਂ ਚੀਜ਼ਾਂ ਨੂੰ। ਹਾਂਜੀ, ਬਿਲਕੁਲ। ਤਾਂ ਇਹ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ PCOD ਜਿਹੜਾ ਕਿ 4 ਅੱਖਰਾਂ ਦਾ ਸ਼ਬਦ ਹੈ, ਇੱਕ ਉਸਨੂੰ ਕਿਸ ਤਰੀਕੇ ਦੇ ਨਾਲ ਇੱਕ ਖਤਰਨਾਕ ਮੋੜ ਵੀ ਕਹਿ ਸਕਦੇ ਆ ਕਿ ਕੁਝ ਪੇਸ਼ੈਂਟਸ ਦੇ ਵਿੱਚ ਇਹ ਪ੍ਰੋਬਲਮ ਇੰਨੀ ਕੁ ਵੱਧ ਜਾਂਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਏਜ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ, ਪ੍ਰੋਬਲਮ ਹੋਰ ਕਿਸੇ ਨਵੇਂ ਮੋੜ ਤੇ ਚੱਲ ਪੈਂਦੀ ਹੈ। ਤਾਂ ਅਗਰ ਤੁਸੀਂ PCOD ਦਾ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਸਿੰਪਟਮ ਹੈ ਜਾਂ ਤੁਸੀਂ ਅਲਟਰਾ
ਅਲਟਰਾਸਾਊਂਡ ਕਰਵਾਈ ਹੈ ਜਾਂ ਫਿਰ ਤੁਹਾਨੂੰ ਆਪਣੇ ਜਿਵੇਂ ਮੈਮ ਨੇ ਦੱਸਿਆ ਕਿ 3 ਸਿੰਪਟਮਸ ਦੇ ਵਿੱਚੋਂ ਡਾਇਗਨੋਸ ਕੀਤਾ ਜਾਂਦਾ ਕਿ ਅਗਰ ਤੁਹਾਨੂੰ 2 ਸਿੰਪਟਮਸ ਦੇਖਣ ਨੂੰ ਮਿਲ ਰਹੇ ਆ, ਬਾਡੀ ਦੇ ਵਿੱਚ ਚੇਂਜਸ ਦੇਖਣ ਨੂੰ ਮਿਲ ਰਹੇ ਆ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨੂੰ ਠੀਕ ਕਰ ਸਕਦੇ ਹੋ, ਟ੍ਰੀਟਮੈਂਟ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ। ਫਿਰ ਵੀ ਅਗਰ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਤੁਸੀਂ ਇੱਥੇ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਵਿਜ਼ਿਟ ਕਰਕੇ ਮੈਮ ਦੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਸਾਰੀ ਡਿਸਕਸ਼ਨ ਕਰ ਸਕਦੇ ਹੋ, ਆਪਣੀ ਪ੍ਰੋਬਲਮਸ ਜਿਹੜੀਆਂ ਨੇ ਦੱਸ ਸਕਦੇ ਹੋ, ਕਿਸ ਤਰੀਕੇ ਨਾਲ ਤੁਹਾਡੀ ਲਾਈਫਸਟਾਈਲ ਦੇ ਵਿੱਚ ਚੇਂਜਸ ਦੇ ਨਾਲ ਤੁਹਾਡੇ ਹਾਰਮੋਨਸ ਜਿਹੜੇ ਨੇ ਉਹ ਚੇਂਜ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ।